सत श्री अकाल दोस्तों, वेलकम टू डोरस्टेप एजुकेशन पॉइंट। इन टुडेज क्लास वी आर गोइंग टू डिस्कस अबाउट assessment for learning, assessment of learning, assessment as learning। ਇਹ ਜਿਹੜਾ ਟੌਪਿਕ ਹੈ ਤੁਹਾਡੇ PSTET, CTET ਐਂਡ STET ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ। ਸੋ ਤੁਸੀਂ ਬੜੇ ਹੀ ਧਿਆਨ ਨਾਲ ਇਸ ਵੀਡੀਓ ਨੂੰ ਸੁਣਨਾ ਹੈ ਕਿਉਂਕਿ ਇਹ ਜਿਹੜਾ ਟੌਪਿਕ ਹੈ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਰੈਲੇਵੈਂਟ ਹੈ। ਈਵਨ ਜਿਹੜੇ BEd ਜਾਂ ਫਿਰ ETT ਕਰ ਰਹੇ ਵਿਦਿਆਰਥੀ ਨੇ ਉਹਨਾਂ ਲਈ ਵੀ ਇਹ ਜਿਹੜਾ ਟੌਪਿਕ ਹੈ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਟੀਚਰ ਬਣਨ ਲਈ ਤੁਹਾਨੂੰ ਇਹਨਾਂ ਸਾਰੀਆਂ ਹੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ। ਸੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਇਸ ਸੈਸ਼ਨ ਨੂੰ ਲਾਈਕ ਵੀ ਕਰ ਦਿਓ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਅਸੈਸਮੈਂਟ ਫॉर ਲਰਨਿੰਗ ਦੀ। ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਵੇਖ ਲੈਂਦੇ ਹਾਂ ਕਿ ਅਸੈਸਮੈਂਟ ਫॉर ਲਰਨਿੰਗ ਹੁੰਦੀ ਕੀ ਹੈ। ਹੋ ਸਕਦਾ ਹੈ ਕਿ ਕੱਲ ਵਾਲੀ ਵੀਡੀਓ ਵਿੱਚ ਵੀ ਤੁਹਾਨੂੰ ਇਹਨਾਂ ਗੱਲਾਂ ਬਾਰੇ ਦੱਸਿਆ ਹੋਵੇ, ਡਾਇਰੈਕਟਲੀ ਤਾਂ ਨਹੀਂ ਦੱਸਿਆ ਸੀਗਾ ਬਟ ਇਨਡਾਇਰੈਕਟਲੀ ਇਹ ਸਾਰੇ ਪੁਆਇੰਟ ਆਪਾਂ ਡਿਸਕਸ ਕਰ ਚੁੱਕੇ ਹਾਂ। ਬਟ ਆਪਾਂ ਨੂੰ ਹੁਣ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਅਸੈਸਮੈਂਟ ਫॉर ਲਰਨਿੰਗ ਕੀ ਹੁੰਦੀ ਹੈ, ਅਸੈਸਮੈਂਟ ਆਫ ਲਰਨਿੰਗ ਕੀ ਹੁੰਦੀ ਹੈ ਐਂਡ ਅਸੈਸਮੈਂਟ ਐਜ਼ ਲਰਨਿੰਗ ਕੀ ਹੁੰਦੀ ਹੈ ਵਿਦ ਐਗਜ਼ਾਮਪਲਸ ਐਂਡ ਵਿਦ ਡਾਇਗਰਾਮਸ। ਕੱਲ ਆਪਾਂ ਫਾਰਮੈਟਿਵ ਅਸੈਸਮੈਂਟ ਬਾਰੇ ਪੜਿਆ ਸੀਗਾ। ਸੋ ਫਾਰਮੈਟਿਵ ਅਸੈਸਮੈਂਟ ਨੂੰ ਤੁਸੀਂ ਅਸੈਸਮੈਂਟ ਫॉर ਲਰਨਿੰਗ ਨਾਲ ਕਨੈਕਟ ਕਰ ਸਕਦੇ ਹੋ। ਜਿਵੇਂ ਕਿ ਇੱਥੇ ਇਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੋਈ ਹੈ ਕਿ ਮੰਨ ਲਓ ਕਿਸੇ ਟੀਚਰ ਨੇ ਬੱਚਿਆਂ ਨੂੰ ਕੋਈ ਕੰਮ ਦਿੱਤਾ ਜਾਂ ਫਿਰ ਕੋਈ ਕੁਇਜ਼ ਕੰਡਕਟ ਕਰਵਾਈ। ਮੰਨ ਲਓ ਕਿਸੇ ਟੀਚਰ ਨੇ ਇੱਕ ਬੱਚੇ ਨੂੰ ਪਾਠ ਪੜ੍ਹਾਇਆ। ਇੱਕ ਲੈਸਨ ਪੜ੍ਹਾਉਣ ਤੋਂ ਬਾਅਦ ਕੀ ਕੀਤਾ, ਉਸ ਟੀਚਰ ਨੇ ਬੱਚਿਆਂ ਤੋਂ ਕੁਝ ਪ੍ਰਸ਼ਨ ਪੁੱਛੇ। ਜਦੋਂ ਬੱਚਿਆਂ ਨੇ ਉਹਨਾਂ ਪ੍ਰਸ਼ਨਾਂ ਦੇ ਜਵਾਬ ਦਿੱਤੇ ਤੇ ਟੀਚਰ ਨੂੰ ਕੀ ਪਤਾ ਲੱਗ ਗਿਆ ਕਿ ਕਿਹੜਾ ਜਵਾਬ ਸਹੀ ਹੈ, ਕਿਹੜਾ ਜਵਾਬ ਗਲਤ ਹੈ। ਐਂਡ ਹੁਣ ਟੀਚਰ ਨੇ ਕੀ ਕਰਨਾ ਜੀ, ਟੀਚਰ ਨੇ ਉਹਨਾਂ ਨਤੀਜਿਆਂ ਦੇ ਆਧਾਰ ਤੇ ਇੱਕ ਹੋਰ ਕਲਾਸ ਲੈਣੀ ਹੈ ਜਿਸ ਦੇ ਅਕੋਰਡਿੰਗ ਬੱਚਿਆਂ ਨੂੰ ਜਿੱਥੇ ਸਮੱਸਿਆ ਆ ਰਹੀ ਸੀ ਬੱਚਿਆਂ ਨੂੰ ਉੱਥੇ ਕਰੈਕਟ ਕਰ ਦਿੱਤਾ ਜਾਣਾ ਹੈ। ਭਾਵ ਇਹ ਕਿ ਬੱਚਿਆਂ ਨੂੰ ਜਿਹੜਾ ਫੀਡਬੈਕ ਹੈਗਾ ਆ ਡਿਊਰਿੰਗ ਲਰਨਿੰਗ ਟੀਚਰ ਦੁਆਰਾ ਦਿੱਤਾ ਜਾਣਾ ਹੈ। ਠੀਕ ਹੈ ਜੀ, ਮਤਲਬ ਇਹ ਕਿ ਬੱਚਾ ਜਦੋਂ ਲਰਨ ਕਰ ਰਿਹਾ ਹੈ, ਲਰਨਿੰਗ ਪ੍ਰੋਸੈਸ ਦੇ ਦੌਰਾਨ ਜਦੋਂ ਬੱਚੇ ਨੂੰ ਫੀਡਬੈਕ ਦਿੱਤਾ ਜਾਵੇ ਤਾਂ ਕਿ ਜਿਹੜਾ ਬੱਚਾ ਹੈਗਾ ਆਪਦੀਆਂ ਗਲਤੀਆਂ ਨੂੰ ਸੁਧਾਰ ਲਵੇ। ਇਹਨੂੰ ਹੀ ਆਪਾਂ ਅਸੈਸਮੈਂਟ ਫॉर ਲਰਨਿੰਗ ਕਹਿੰਦੇ ਆ। ਜਿਵੇਂ ਕਿ ਮੰਨ ਲਓ ਆਪਾਂ ਕਈ ਵਾਰ ਫੂਡ ਬਣਾਉਂਦੇ ਆ। ਜਿਵੇਂ ਕਿ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਮੈਂ ਬਣਾਈ ਹੋਈ ਆ, ਤੁਸੀਂ ਇੱਕ ਡਾਇਗਰਾਮ ਵੇਖ ਸਕਦੇ ਹੋ। ਇੱਥੇ ਕੁੱਕ ਹੈਗਾ ਜੀ ਜਿਹੜੇ ਕਿ ਖਾਣਾ ਬਣਾ ਰਹੀ ਹੈ। ਸੋ ਜਦੋਂ ਵੀ ਆਪਾਂ ਖਾਣਾ ਬਣਾਉਂਦੇ ਆ, ਫੂਡ ਪ੍ਰਿਪੇਅਰ ਕਰਦੇ ਆ, ਫੂਡ ਕੁੱਕ ਕਰਦੇ ਆ ਤੇ ਆਪਾਂ ਜਿਹੜਾ ਨਮਕ ਹੁੰਦਾ ਆ, ਲੂਣ ਜਿਹੜਾ ਹੁੰਦਾ ਆ, ਉਹ ਆਪਾਂ ਚੈੱਕ ਕਰਦੇ ਰਹਿੰਦੇ ਆ ਕਿ ਸਾਡਾ ਖਾਣਾ ਕਿਹੋ ਜਿਹਾ ਬਣ ਰਿਹਾ ਹੈ। ਹਾਲਾਂਕਿ ਜਿਹੜਾ ਫੂਡ ਹੈ ਹਜੇ ਬਣਿਆ ਨਹੀਂ ਹੈ, ਆਪਾਂ ਜਸਟ ਉਦੋਂ ਹੀ ਚੈੱਕ ਕਰ ਲੈਂਦੇ ਆ ਕਿ ਸਾਡੀ ਸਬਜ਼ੀ ਵਿੱਚ, ਦਾਲ ਵਿੱਚ ਜਿਹੜਾ ਲੂਣ ਹੈਗਾ ਆ, ਲੂਣ ਦੀ ਮਾਤਰਾ ਪ੍ਰੋਪਰ ਹੈਗੀ ਹੈ ਕਿ ਨਹੀਂ ਹੈਗੀ। ਭਾਵ ਇਹ ਕਿ ਫਾਈਨਲ ਪ੍ਰੋਡਕਟ ਬਣਨ ਤੋਂ ਪਹਿਲਾਂ ਹੀ ਆਪਾਂ ਉਹਨੂੰ ਚੈੱਕ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਬੱਚਿਆਂ ਵਿੱਚ ਵੀ ਆਪਾਂ ਕੀ ਕਰ ਰਹੇ ਹਾਂ, ਕੋਈ ਟੌਪਿਕ ਬੱਚਿਆਂ ਨੂੰ ਆਪਾਂ ਪੜ੍ਹਾ ਦਿੱਤਾ ਤੇ ਆਪਾਂ ਉਸ ਦੌਰਾਨ ਹੀ, ਲਰਨਿੰਗ ਦੌਰਾਨ ਹੀ ਚੈੱਕ ਕਰ ਰਹੇ ਹਾਂ ਕਿ ਬੱਚੇ ਨੂੰ ਕਿੱਥੇ ਸਮੱਸਿਆ ਆ ਰਹੀ ਹੈ। ਜਿਹੜੀ ਚੀਜ਼ ਆਪਾਂ ਬੱਚੇ ਨੂੰ ਪੜ੍ਹਾਈ ਸੀਗੀ ਕਿ ਬੱਚੇ ਨੂੰ ਸਮਝ ਲੱਗ ਗਈ ਹੈ ਕਿ ਨਹੀਂ ਲੱਗੀ। ਇੱਕ ਹੋਰ ਐਗਜ਼ਾਮਪਲ ਲੈ ਸਕਦੇ ਹਾਂ। ਜਿਵੇਂ ਮੰਨ ਲਓ ਬੱਚਿਆਂ ਦਾ ਕੋਈ ਐਜੂਕੇਸ਼ਨਲ ਟੂਰ ਸੀ, ਬੱਚਾ ਐਜੂਕੇਸ਼ਨਲ ਟੂਰ ਤੇ ਗਿਆ। ਉਸ ਤੋਂ ਬਾਅਦ ਜਦੋਂ ਉਹ ਕਲਾਸਰੂਮ ਵਿੱਚ ਆਇਆ, ਟੀਚਰਾਂ ਨੇ ਉਹਦੇ ਕੋਲੋਂ ਕੁਝ ਸਵਾਲ ਪੁੱਛੇ ਉਸ ਦੇ ਟੂਰ ਤੋਂ ਸੰਬੰਧਿਤ। ਇਹ ਕੀ ਹੋ ਰਹੀ ਹੈ, ਇਹ ਵੀ ਅਸੈਸਮੈਂਟ ਫॉर ਲਰਨਿੰਗ ਹੀ ਹੋ ਰਹੀ ਹੈ, ਜਿਹਨੂੰ ਤੁਸੀਂ ਫਾਰਮੈਟਿਵ ਅਸੈਸਮੈਂਟ ਦਾ ਨਾਮ ਦੇ ਸਕਦੇ ਹੋ। ਸੋ ਆਪਾਂ ਇਸ ਕਨਸੈਪਟ ਨੂੰ ਅਸੈਸਮੈਂਟ ਫॉर ਲਰਨਿੰਗ ਦਾ ਨਾਮ ਦਿੰਨੇ ਆ। ਸੈਕੰਡ ਜਿਹੜਾ ਪੁਆਇੰਟ ਹੈ ਅਸੈਸਮੈਂਟ ਆਫ ਲਰਨਿੰਗ। ਧਿਆਨ ਨਾਲ ਤੁਸੀਂ ਇਹਨਾਂ ਵਰਡ ਵਿੱਚ ਵੇਖਣਾ ਹੈ, ਉੱਥੇ ਫॉर ਲੱਗਿਆ ਸੀਗਾ, ਇੱਥੇ ਆਫ ਲੱਗਿਆ ਹੈ। ਸਮੈਟਿਵ ਅਸੈਸਮੈਂਟ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ। ਸਮੈਟਿਵ ਅਸੈਸਮੈਂਟ ਨੂੰ ਤੁਸੀਂ ਅਸੈਸਮੈਂਟ ਆਫ ਲਰਨਿੰਗ ਨਾਲ ਕਨੈਕਟ ਕਰ ਸਕਦੇ ਹੋ। ਜਦੋਂ ਟੀਚਰ ਦੁਆਰਾ ਅਕੈਡਮਿਕ ਸੈਸ਼ਨ ਦੇ ਐਂਡ ਵਿੱਚ ਜਾਂ ਫਿਰ ਸਮੈਸਟਰ ਦੇ ਐਂਡ ਵਿੱਚ ਕੋਈ ਟੈਸਟ ਕੰਡਕਟ ਕਰਵਾਇਆ ਜਾਂਦਾ ਹੈ। ਐਂਡ ਇਹ ਟੈਸਟ ਕਿਉਂ ਕੰਡਕਟ ਕਰਵਾਇਆ ਜਾਂਦਾ ਹੈ, ਉਹਨਾਂ ਦੀ ਅੰਡਰਸਟੈਂਡਿੰਗ ਨੂੰ ਅਸੈਸ ਕਰਨ ਲਈ ਕਿ ਜੋ ਕੁਝ ਪਹਿਲਾਂ ਪੜ੍ਹਾਇਆ ਗਿਆ ਸੀਗਾ ਬੱਚੇ ਨੂੰ ਉਹ ਸਮਝ ਲੱਗੀ ਸੀਗੀ, ਜਾਂ ਫਿਰ ਕੋਈ ਉਹ ਯੂਨਿਟ ਵੀ ਹੋ ਸਕਦੀ ਹੈ ਸਮੈਸਟਰ ਦੇ ਐਂਡ ਵਿੱਚ ਜਾਂ ਫਿਰ ਅਕੈਡਮਿਕ ਈਅਰ ਦੇ ਐਂਡ ਵਿੱਚ ਕੋਈ ਟੈਸਟ ਕੰਡਕਟ ਕਰਵਾਇਆ ਜਾਵੇ। ਇਹ ਟੈਸਟ ਕਿਸੇ ਵੀ ਫਾਰਮ ਵਿੱਚ ਹੋ ਸਕਦੇ ਆ। ਮਲਟੀਪਲ ਚੋਇਸ ਕੁਐਸਚਨ ਹੋ ਸਕਦੇ ਆ, ਸ਼ਾਰਟ ਆਨਸਰ ਕੁਐਸਚਨ ਹੋ ਸਕਦੇ ਆ, ਐਸੇ ਟਾਈਪ ਕੁਐਸਚਨ ਹੋ ਸਕਦੇ ਆ। ਐਂਡ ਬਾਅਦ ਵਿੱਚ ਟੀਚਰ ਦੁਆਰਾ ਜਦੋਂ ਵੀ ਇਹ ਟੈਸਟ ਚੈੱਕ ਕਰ ਲਿਆ ਜਾਂਦਾ ਹੈ, ਟੀਚਰ ਵੱਲੋਂ ਬੱਚਿਆਂ ਨੂੰ ਗ੍ਰੇਡ ਵੀ ਦਿੱਤੇ ਜਾਂਦੇ ਨੇ। ਐਂਡ ਇਹਨਾਂ ਗ੍ਰੇਡਸ ਦੀ ਜਿਹੜੀ ਵਰਤੋਂ ਹੈਗੀ ਆ ਬੱਚੇ ਦੇ
ਫਾਈਨਲ ਗ੍ਰੇਡ ਵਿੱਚ ਜਾਂ ਫਿਰ ਫਾਈਨਲ ਰਿਜ਼ਲਟ ਵਿੱਚ ਐਡ ਕੀਤੇ ਜਾਂਦੇ ਆ। ਸੋ ਆਪਾਂ ਇਹਨੂੰ ਅਸੈਸਮੈਂਟ ਆਫ ਲਰਨਿੰਗ ਦਾ ਨਾਮ ਦਿੰਨੇ ਆ। ਜਿਵੇਂ ਪਹਿਲਾਂ ਮੈਂ ਤੁਹਾਨੂੰ ਇੱਕ ਫੂਡ ਦੀ ਐਗਜ਼ਾਮਪਲ ਦਿੱਤੀ ਸੀਗੀ ਕਿ ਅਸੈਸਮੈਂਟ ਫॉर ਲਰਨਿੰਗ ਦੇ ਵਿੱਚ ਜਦੋਂ ਵੀ ਆਪਾਂ ਕੋਈ ਫੂਡ ਪ੍ਰਿਪੇਅਰ ਕਰ ਰਹੇ ਹੁੰਨੇ ਆ, ਆਪਾਂ ਨਾਲ ਦੀ ਨਾਲ ਉਹਨੂੰ ਚੈੱਕ ਕਰਦੇ ਆ, ਫੂਡ ਦਾ ਟੇਸਟ ਚੈੱਕ ਕਰਦੇ ਆ, ਮਸਾਲੇ ਵਗੈਰਾ ਚੈੱਕ ਕਰ ਲੈਂਦੇ ਆ। ਸੋ ਇਸੇ ਤਰ੍ਹਾਂ ਹੀ ਜਦੋਂ ਮੰਨ ਲਓ ਕਿ ਉਹ ਜਿਹੜਾ ਫੂਡ ਸੀ ਪ੍ਰਿਪੇਅਰ ਹੋ ਚੁੱਕਾ ਹੈ, ਆਪਾਂ ਉਹਨੂੰ ਕੀ ਕਵਾਂਗੇ, ਫੂਡ ਪ੍ਰਿਪੇਅਰ ਹੋਣ ਤੋਂ ਬਾਅਦ ਜਦੋਂ ਆਪਾਂ ਉਹਨੂੰ ਟੈਸਟ ਕਰ ਰਹੇ ਹਾਂ ਐਂਡ ਲਾਸਟ ਤੇ ਤਾਂ ਆਪਾਂ ਉਸ ਫੂਡ ਵਿੱਚ ਕੋਈ ਤਬਦੀਲੀ ਵੀ ਨਹੀਂ ਲਿਆ ਸਕਦੇ। ਭਾਵ ਇਹ ਕਿ ਕੋਈ ਚੀਜ਼ ਆਪਾਂ ਬੱਚਿਆਂ ਨੂੰ ਸਿਖਾ ਚੁੱਕੇ ਹਾਂ ਐਂਡ ਉਸ ਤੋਂ ਬਾਅਦ ਆਪਾਂ ਬੱਚਿਆਂ ਦਾ ਟੈਸਟ ਵੀ ਕੰਡਕਟ ਕਰਵਾ ਲਿਆ। ਫਿਰ ਆਪਾਂ ਵੇਖਦੇ ਹਾਂ ਕਿ ਬੱਚੇ ਨੂੰ ਅਗਲੀ ਕਲਾਸ ਵਿੱਚ ਆਪਾਂ ਭੇਜਣਾ ਹੈ ਜਾਂ ਨਹੀਂ ਭੇਜਣਾ ਹੈ। ਇਹਨੂੰ ਆਪਾਂ ਅਸੈਸਮੈਂਟ ਆਫ ਲਰਨਿੰਗ ਦਾ ਨਾਮ ਦਿੰਨੇ ਆ। ਕਿਹਦਾ ਨਾਮ ਦਿੰਨੇ ਆ? ਅਸੈਸਮੈਂਟ ਆਫ ਲਰਨਿੰਗ ਦਾ ਨਾਮ ਦਿੰਨੇ ਆ। ਹੁਣ ਆਪਾਂ ਚੱਲਦੇ ਹਾਂ ਜੀ ਅਸੈਸਮੈਂਟ ਐਜ਼ ਲਰਨਿੰਗ ਤੇ। ਅਸੈਸਮੈਂਟ ਐਜ਼ ਲਰਨਿੰਗ ਦੇ ਵਿੱਚ ਜਿਹੜੇ ਬੱਚੇ ਨੇ ਉਹ ਜਦੋਂ ਖੁਦ ਦੇ ਲਰਨਿੰਗ ਦੀ ਅਸੈਸਮੈਂਟ ਆਪ ਹੀ ਕਰਦੇ ਨੇ, ਉਹਨਾਂ ਨੂੰ ਆਪਾਂ ਅਸੈਸਮੈਂਟ ਐਜ਼ ਲਰਨਿੰਗ ਦਾ ਨਾਮ ਦਿੰਨੇ ਆ। ਜਿਵੇਂ ਕਿ ਇੱਥੇ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਜਿਹੜਾ ਇੱਕ ਸਟੂਡੈਂਟ ਹੈਗਾ ਸੀ, ਇੱਕ ਜਿਹੜਾ ਸਟੂਡੈਂਟ ਹੈ ਇਜ਼ ਵਰਕਿੰਗ ਔਨ ਅ ਗਰੁੱਪ ਪ੍ਰੋਜੈਕਟ, ਕਿ ਬੱਚੇ ਗਰੁੱਪਸ ਦੇ ਵਿੱਚ ਕੰਮ ਕਰਦੇ ਨੇ। ਜਿਵੇਂ ਕਿ ਉਹ ਕਿਸੇ ਹਿਸਟਰੀ ਦੇ ਗਰੁੱਪ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਿਹਾ ਸੀ ਐਂਡ ਸਾਰੇ ਹੀ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਆਪ ਦੀ ਜਿਹੜੀ ਲਰਨਿੰਗ ਹੈਗੀ ਆ ਉਹਨਾਂ ਨੂੰ ਤੁਸੀਂ ਡਿਸਕਸ ਕਰਨਾ ਹੈ ਇੱਕ ਦੂਜੇ ਨਾਲ ਐਂਡ ਇਹਦੇ ਵਿੱਚ ਉਹ ਟੀਚਰ ਦੀ ਹੈਲਪ ਵੀ ਲੈ ਸਕਦੇ ਨੇ ਐਂਡ ਇਸ ਤਰ੍ਹਾਂ ਹੀ ਇੱਕ ਦੂਜੇ ਨੂੰ ਉਹ ਫੀਡਬੈਕ ਦੇ ਰਹੇ ਨੇ, ਸੁਜੈਸ਼ਨ ਦੇ ਰਹੇ ਨੇ ਐਂਡ ਇੰਪਰੂਵਮੈਂਟ ਲਈ ਵੀ ਸੁਜੈਸ਼ਨ ਦੇ ਰਹੇ ਨੇ ਇੱਕ ਦੂਜੇ ਨੂੰ। ਜਿਵੇਂ ਕਿ ਇੱਕ ਡਾਇਗਰਾਮ ਵੀ ਤੁਸੀਂ ਵੇਖ ਸਕਦੇ ਹੋ, ਇਹਨਾਂ ਦੋਨਾਂ ਨੇ ਹੀ ਹਿਸਟਰੀ ਦੇ ਪ੍ਰੋਜੈਕਟ ਤੇ, ਈਵਨ ਕੋਈ ਹੋਰ ਵੀ ਪ੍ਰੋਜੈਕਟ ਹੋ ਸਕਦਾ ਸੀਗਾ, ਇਹਨਾਂ ਦੋਨਾਂ ਨੇ ਉਸ ਪ੍ਰੋਜੈਕਟ ਤੇ ਕੰਮ ਕੀਤਾ ਤੇ ਟੀਚਰ ਦੀ ਵੀ ਹੈਲਪ ਲਈ, ਇੱਕ ਦੂਜੇ ਦੀ ਅਸੈਸਮੈਂਟ ਕੀਤੀ, ਇੱਕ ਦੂਜੇ ਦੀ ਹੈਲਪ ਕੀਤੀ, ਸੁਜੈਸ਼ਨ ਦਿੱਤੇ। ਇਸ ਤਰ੍ਹਾਂ ਦੀ ਲਰਨਿੰਗ ਨੂੰ ਆਪਾਂ ਜਾਂ ਫਿਰ ਇਸ ਤਰ੍ਹਾਂ ਦੀ ਅਸੈਸਮੈਂਟ ਨੂੰ ਆਪਾਂ ਕੀ ਕਹਿੰਦੇ ਆ ਜੀ, ਅਸੈਸਮੈਂਟ ਐਜ਼ ਲਰਨਿੰਗ ਦਾ ਨਾਮ ਦਿੰਨੇ ਆ। ਹੁਣ ਆਪਾਂ ਗੱਲ ਕਰਦੇ ਹਾਂ ਕਨਕਲੂਜਨ ਦੀ ਕਿ ਆਪਾਂ ਤਿੰਨੇ ਹੀ ਅਸੈਸਮੈਂਟ ਵਿੱਚ ਕੀ ਪੜ੍ਹੇ, ਅਸੈਸਮੈਂਟ ਫॉर ਲਰਨਿੰਗ ਦੇ ਵਿੱਚ, ਅਸੈਸਮੈਂਟ ਆਫ ਲਰਨਿੰਗ ਦੇ ਵਿੱਚ ਐਂਡ ਅਸੈਸਮੈਂਟ ਐਜ਼ ਲਰਨਿੰਗ ਦੇ ਵਿੱਚ। ਜਦੋਂ ਆਪਾਂ ਗੱਲ ਕਰਦੇ ਹਾਂ ਅਸੈਸਮੈਂਟ ਫॉर ਲਰਨਿੰਗ ਦੀ, ਇਹਦੇ ਵਿੱਚ ਮੇਨ ਜਿਹੜਾ ਫੋਕਸ ਹੁੰਦਾ ਹੈ ਉਹ ਫਾਰਮੈਟਿਵ ਅਸੈਸਮੈਂਟ ਤੇ ਦਿੱਤਾ ਜਾਂਦਾ। ਭਾਵ ਇਹ ਟੀਚਿੰਗ ਤੇ ਲਰਨਿੰਗ ਪ੍ਰੋਸੈਸ ਨੂੰ ਵਧੀਆ ਕਰਨ ਲਈ ਟੀਚਰਸ ਨੂੰ, ਸਟੂਡੈਂਟਸ ਨੂੰ, ਪੀਅਰਸ ਨੂੰ ਜਿਹੜੇ ਫੀਡਬੈਕ ਹੈਗੇ ਆ ਜੀ ਉਹ ਦਿੱਤੇ ਜਾਂਦੇ ਆ। ਜਦੋਂ ਆਪਾਂ ਅਸੈਸਮੈਂਟ ਆਫ ਲਰਨਿੰਗ ਦੀ ਗੱਲ ਕਰਦੇ ਆ, ਇਹਦੇ ਵਿੱਚ ਆਪਾਂ ਮੇਨਲੀ ਸਮੈਟਿਵ ਅਸੈਸਮੈਂਟ ਦੀ ਗੱਲ ਕਰਦੇ ਆ ਐਂਡ ਇਸ ਅਸੈਸਮੈਂਟ ਵਿੱਚ ਬੱਚਿਆਂ ਦੀ ਨੌਲੇਜ ਤੇ, ਸਕਿੱਲਸ ਤੇ ਐਂਡ ਉਹਨਾਂ ਦੀਆਂ ਐਬਿਲਿਟੀਜ਼ ਤੇ ਜ਼ੋਰ ਦਿੱਤਾ ਜਾਂਦਾ ਕਿ ਬੱਚਿਆਂ ਦੀ ਜਿਹੜੀ ਅੰਡਰਸਟੈਂਡਿੰਗ ਹੈਗੀ ਹੈ, ਮਾਸਟਰੀ ਆਫ ਮਟੀਰੀਅਲ ਹੈਗੀ ਹੈ, ਉਹ ਕਿੰਨਾ ਕੁ ਹੋ ਚੁੱਕਿਆ ਹੈ। ਐਂਡ ਜਦੋਂ ਆਪਾਂ ਗੱਲ ਕਰਦੇ ਹਾਂ ਅਸੈਸਮੈਂਟ ਐਜ਼ ਲਰਨਿੰਗ ਦੀ, ਇਹਦੇ ਵਿੱਚ ਜਿਹੜੇ ਸਟੂਡੈਂਟ ਨੇ ਉਹ ਆਪ ਦੀ ਲਰਨਿੰਗ ਦੀ ਰਿਸਪੌਂਸਿਬਿਲਿਟੀ ਉਹ ਆਪ ਖੁਦ ਹੀ ਲੈਂਦੇ ਨੇ ਐਂਡ ਉਹ ਚੈੱਕ ਕਰਦੇ ਨੇ ਕਿ ਆਪਾਂ ਕਿੰਨੀਆਂ ਕੁ ਚੀਜ਼ਾਂ ਸਿੱਖ ਚੁੱਕੇ ਹਾਂ। ਉਹਨਾਂ ਦੁਆਰਾ ਹੀ ਜਿਹੜੇ ਗੋਲਸ ਨੇ ਉਹ ਸੈੱਟ ਕੀਤੇ ਜਾਂਦੇ ਨੇ ਐਂਡ ਉਹ ਰਿਫਲੈਕਟ ਕਰਦੇ ਨੇ ਆਪ ਦੀ ਪ੍ਰੋਗਰੈਸ ਦੇ ਉੱਤੇ। ਆਲਦੋ ਟੌਪਿਕ ਕਾਫੀ ਛੋਟਾ ਸੀ ਬਟ ਉਮੀਦ ਮੈਂ ਇਹੀ ਕਰੂੰਗਾ ਇਹ ਟੌਪਿਕ ਤੁਹਾਡੇ ਲਈ ਕਾਫੀ ਜ਼ਿਆਦਾ ਯੂਜ਼ਫੁਲ ਸੀ। ਕੋਸ਼ਿਸ਼ ਤਾਂ ਮੈਂ ਇਹੀ ਕੀਤੀ ਹੈ ਕਿ ਬੜੀਆਂ ਹੀ ਸਿੰਪਲ ਐਗਜ਼ਾਮਪਲਸ ਦੇ ਥਰੂ ਤੁਹਾਨੂੰ ਇਹ ਜਿਹੜਾ ਟੌਪਿਕ ਹੈਗਾ ਜੀ ਇਹ ਤੁਹਾਨੂੰ ਮੈਂ ਐਕਸਪਲੇਨ ਕਰ ਦਵਾਂ, ਕਿਉਂਕਿ ਕਾਫੀ ਵਾਰ ਤੁਹਾਡੇ ਐਗਜ਼ਾਮ ਦੇ ਵਿੱਚ ਇਹੋ ਜਿਹੇ ਜਿਹੜੇ ਪ੍ਰਸ਼ਨ ਨੇ ਉਹ ਪੁੱਛ ਲਏ ਜਾਂਦੇ ਆ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਆਪਣੇ ਇਸ ਸੈਸ਼ਨ ਨੂੰ ਲਾਈਕ ਤਾਂ ਕਰਨਾ ਹੀ ਹੈ, ਆਪਦੇ ਦੋਸਤਾਂ ਤੱਕ ਵੀ ਇਹ ਵੀਡੀਓ ਸ਼ੇਅਰ ਕਰ ਦੇਣੀ ਹੈ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਇਸ ਕਲਾਸ ਦੀ PDF ਨੂੰ ਡਾਊਨਲੋਡ ਕਰਨ ਲਈ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈ ਜਿਹਦਾ ਨਾਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਜੁਆਇਨ ਜ਼ਰੂਰ ਕਰ ਲਿਓ। ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।